यीशु मसीह के चेले हैं, दुनिया में धूम मचा देंगे। जो नींद में गाफिल सोते हैं, उपदेश से उनको जगा देंगे। हम यीशु मसीह के चेले हैं। ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਵਚਨ ਦਾ ਮਨਨ ਕਰਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ ਪ੍ਰਭੂ, ਅਸੀਂ ਆਪ ਦਾ ਧੰਨਵਾਦ, ਆਪ ਦੀ ਮਹਿਮਾ ਕਰਦੇ ਹਾਂ। ਆਪ ਨੇ ਸਾਨੂੰ ਆਪਣੇ ਪਿਆਰੇ ਪੁੱਤਰ ਪ੍ਰਭੂ ਯਿਸੂ ਮਸੀਹ ਦੇ ਵਿੱਚ ਪਰਮੇਸ਼ਰ ਪਿਤਾ ਇਹ ਦਿਨ ਦਿੱਤਾ ਹੈ ਕਿ ਇਸ ਵਿੱਚ ਅਸੀਂ ਉਸ ਦੀ ਵਡਿਆਈ ਅਤੇ ਉਸ ਦੀ ਮਹਿਮਾ ਅਤੇ ਉਸ ਦੀ ਵਡਿਆਈ ਕਰ ਸਕੀਏ, ਤਾਂ ਕਿ ਪਰਮੇਸ਼ਰ तेरी पवित्रता का जीवन बतीत करते हुए तेरे जिउंदे गवाह बन के असी इस संसार में पाए जा सकीए। इस सब के राही तेरे नाम नूं महिमा मिले, अजिहा होर तेरी मंग। अज दे वचन के राही परमेश्वर पिता जिन्ने भी भाई भैन सुन, वो आशीष नूं प्राप्त करन अते अपना जीवन तेरे अगे समर्पित कर तेरे नाम नूं परमेश्वर पिता आदर देण वाले बन सकन। अजिहा होर तेरी मंग। सारा आदर मान आप नूं दिंदे होए बेनती मुक्ति दाते प्रभु यीशु मसीह दे पवित्र ते समर्थी नाम विच हुकम करदा। आमीन। प्यारे अजीज, अज दा जो मैं वचन का हिस्सा लिया है वो लिया है उत्पत्ति दी पुस्तक, उसका 39 अध्याय, उसकी 2 ਅਤੇ 3 आयत विचों लिखा है। यूसुफ अपने मिस्री स्वामी दे घर विच रहिंदा सी अते यहोवा उसके संग सी अते ओ भागवान मनुख हो गया। अते यूसुफ दे स्वामी ने वेख्या कि यहोवा उसके संग रहिंदा है अते ओ जो भी काम करदा है उसनूं यहोवा उसके हथ तो सफल कर दिंदा है। इसका जो मैं विषय लिया है वो लिया है संसार विच असी प्रभु दे गवाह हां। संसार विच असी प्रभु दे गवाह हां। मेरे प्यारे अजीज, अज दा जो साडा जीवन है कि वो जीवन परमेश्वर दी सिक्ख्या दे अनुसार, परमेश्वर दे भय दे अनुसार, परमेश्वर दी सच्चाई दे अनुसार या परमेश्वर की ईमानदारी के अनुसार है या नहीं। संसार मैनू अते आप नूं वेखदा है अते जांचदा है अते परखदा है कि असी इस विच परमेश्वर दे सच्चे गवाह जगत विच है या नहीं, ये असी वेखना। मैं इस खंड नूं जदों पढ़ रहा सा तां इस विच मैनूं इहो गल लभी है जो मैं वेखी है। इत्थे परमेश्वर दा एक चुनिया होया जन जिसका नाम यूसुफ है, वो एक अविश्वासी घर दे विच मुख्तियार वजों जानिया जाता है। मुख्तियार मतलब जिसनूं बिजनेसमैन हर एक चीज़ का अख्तियार दे दिंदा है सिवाय अपने जीवन साथी नूं छड्ड। उसनूं सारियां चीज़ां दे उत्ते अधिकार सी अते उस घर दा मुख्तियार सी। ये बहुत वड्डी अते बहुत जानण वाली अते बहुत ज़्यादा समझण वाली गल है। मैं जदों ये पढ़िया कि यूसुफ अपने मिस्री स्वामी दे घर विच रहिंदा सी अते परमेश्वर उस दे संग सी अते परमेश्वर उस दे संग सी। कि असी अपने जीवन दे विच ये आख सकते हाँ कि परमेश्वर साडे नाल है या साडे नाल चलदा है। पर इत्थे लेखक ये दस रहा है
ਕਿ ਉਹ ਇੱਕ ਅਵਿਸ਼ਵਾਸੀ ਘਰ ਦੇ ਵਿੱਚ ਗੁਲਾਮ ਬਣ ਕੇ ਇੱਕ ਮੁਖਤਿਆਰ ਹੋ ਕੇ ਰਹਿ ਰਿਹਾ ਸੀ ਅਤੇ ਪਰਮੇਸ਼ਰ ਉਸ ਦੇ ਨਾਲ ਸੀ ਅਤੇ ਉਹ ਇੱਕ ਸਫਲ, ਬਹੁਤ ਜ਼ਿਆਦਾ ਸਫਲ ਪੁਰਖ ਹੋ ਗਿਆ ਸੀ, ਮਨੁੱਖ ਹੋ ਗਿਆ ਸੀ। ਇਹ ਕਿਵੇਂ ਹੋ ਗਿਆ? ਇਹ ਕਿਸ ਤਰ੍ਹਾਂ ਹੋ ਗਿਆ? ਇਸ ਦੇ ਵਿੱਚ ਮੈਂ 3 ਪੜਾਅ ਆਪ ਦੇ ਅੱਗੇ ਲੈ ਕੇ ਆਵਾਂਗਾ। ਸਭ ਤੋਂ ਪਹਿਲਾ ਪੜਾਅ ਹੈ ਯੂਸਫ ਦੀ ਪਰਵਰਿਸ਼। ਯੂਸਫ ਦੀ ਪਰਵਰਿਸ਼ ਇੱਕ ਅਜਿਹੇ ਘਰਾਣੇ ਦੇ ਵਿੱਚ ਸੀ ਜੋ ਪਰਮੇਸ਼ਰ ਦਾ ਭੈ ਮੰਨਦਾ ਸੀ। ਯਾਕੂਬ ਉਸ ਦਾ ਪਿਤਾ ਸੀ ਔਰ ਉਹ ਪਰਮੇਸ਼ਰ ਦਾ ਭੈ ਮੰਨਣ ਵਾਲਾ ਸੀ ਅਤੇ ਪਰਮੇਸ਼ਰ ਦੇ ਨਾਲ ਗੱਲਾਂ ਕਰਨ ਵਾਲਾ ਸੀ। ਉਸ ਦੇ ਜੀਵਨ ਨੂੰ ਯੂਸਫ ਨੇ ਸਵੈਂ ਆਪਣੇ ਜੀਵਨ ਦੇ ਰਾਹੀਂ ਵੇਖਿਆ ਸੀ ਕਿ ਮੇਰੇ ਪਿਤਾ ਦੇ ਨਾਲ ਕਿਸ ਤਰ੍ਹਾਂ ਪਰਮੇਸ਼ਰ ਗੱਲਾਂ ਕਰਦਾ ਹੈ। ਮੇਰੇ ਪਿਆਰੇ ਅਸੀਸ, ਕਿ ਸਾਡੇ ਜੀਵਨ ਦੇ ਵਿੱਚ ਜੋ ਸਾਡੇ ਪਰਿਵਾਰ ਦੇ ਵਿੱਚ ਬੱਚੇ ਹਨ, ਅਸੀਂ ਉਹਨਾਂ ਨੂੰ ਪਰਮੇਸ਼ਰ ਦੀ ਸਿੱਖਿਆ ਅਤੇ ਪਰਮੇਸ਼ਰ ਦਾ ਭੈ ਉਹਨਾਂ ਨੂੰ ਸਿਖਾ ਰਹੇ ਹਾਂ ਜਾਂ ਨਹੀਂ? ਜੇ ਅਸੀਂ ਇਹ ਗੱਲਾਂ ਦੱਸ ਰਹੇ ਹਾਂ, ਕਿਉਂਕਿ ਭਗਤੀ ਬੱਚਿਆਂ ਦੇ ਲਈ ਘਰ ਤੋਂ ਸ਼ੁਰੂ ਹੁੰਦੀ ਹੈ। ਮੈਂ ਇਸ ਦੇ ਲਈ ਆਪ ਦੇ ਅੱਗੇ ਵਿਵਸਥਾ ਸਾਰ ਦੀ ਪੁਸਤਕ ਉਸਦਾ 6 ਅਧਿਆਏ ਆਪ ਦੇ ਲਈ ਪੜ੍ਹ ਰਿਹਾ ਹਾਂ, ਜਿੱਥੇ ਪਰਮੇਸ਼ਵਰ ਨੇ ਹਰ ਇੱਕ ਪਰਿਵਾਰ ਨੂੰ ਸਿੱਖਿਆ ਦਿੱਤੀ ਹੈ। 6 ਦਾ 6 ਤੋਂ ਮੈਂ ਪੜ੍ਹ ਰਿਹਾ। ਲਿਖਿਆ ਹੈ, ਔਰ ਇਹ ਹੁਕਮ ਜੋ ਮੈਂ ਅੱਜ ਤੁਹਾਨੂੰ ਸੁਣਾਉਂਦਾ ਹਾਂ ਉਹ ਤੇਰੇ ਮਨ ਵਿੱਚ ਬਣੇ ਰਹਿਣ ਅਤੇ ਤੂੰ ਇਹਨਾਂ ਨੂੰ ਆਪਣੇ ਬਾਲ ਬੱਚਿਆਂ ਨੂੰ ਸਮਝਾ ਕੇ ਸਿਖਾਇਆ ਕਰਨਾ। ਘਰ ਬੈਠਦਿਆਂ, ਰਾਹ ਚੱਲਦਿਆਂ, ਲੇਟਦਿਆਂ, ਉੜਦਿਆਂ ਉਹਨਾਂ ਦੀ ਚਰਚਾ ਕਰਿਆ ਕਰਨਾ। ਇਹ ਪੇਰੈਂਟਸ ਦੀ ਫਸਟ ਪ੍ਰਾਇੋਰਟੀ ਹੈ ਜੋ ਘਰ ਦੇ ਵਿੱਚ ਰਹਿੰਦੇ ਆ। ਯੂਸਫ ਦੇ ਜੀਵਨ ਦੇ ਵਿੱਚ ਦੇਖਣ ਨੂੰ ਆ ਰਿਹਾ ਹੈ, ਭਾਵੇਂ ਉਸ ਦੇ ਨਾਲ ਕਿਹੋ ਜਿਹੇ ਹਾਲਾਤ ਵੀ ਬੀਤੇ, ਭਾਵੇਂ ਉਹ ਕਿਹੋ ਜਿਹੇ ਹਾਲਾਤਾਂ ਦੇ ਵਿੱਚੋਂ ਵੀ ਗਿਆ, ਪਰ ਉਸ ਦੇ ਅੰਦਰ ਆਪਣੇ ਮਾਤਾ ਪਿਤਾ ਦੀ ਸਿਖਾਈ ਹੋਈ ਸਿੱਖਿਆ ਸੀ। ਪਰਮੇਸ਼ਰ ਦੇ ਭੈ ਦੇ ਵਿੱਚ ਰਹਿਣਾ, ਪਰਮੇਸ਼ਰ ਦੇ ਭੈ ਦੇ ਵਿੱਚ ਚੱਲਣਾ, ਪਰਮੇਸ਼ਰ ਦੇ ਭੈ ਦੇ ਵਿੱਚ ਖੜੇ ਰਹਿਣਾ। ਇਹ ਗੱਲਾਂ ਉਸ ਨੇ ਆਪਣੇ ਪਿਤਾ ਤੋਂ ਸਿੱਖੀਆਂ, ਕਿਉਂਕਿ ਪਿਤਾ ਨੇ ਬੱਚਿਆਂ ਨੂੰ ਸਿਖਾਈਆਂ। ਮਾਤਾ ਪਿਤਾ ਦੇ ਅਧੀਨ ਹੋ ਕੇ ਉਹਨਾਂ ਨੇ ਸਿੱਖਿਆ। ਆਪਣੇ ਜਗਤ ਗੁਰੂ ਪ੍ਰਭੂ ਯਿਸੂ ਮਸੀਹ ਦੇ ਬਾਰੇ ਵੀ ਜੇ ਪੜ੍ਹੀਏ ਤਾਂ ਅਸੀਂ ਲੂਕਾ ਦੀ ਅੰਜੀਲ ਉਸ ਦੇ 2 ਅਧਿਆਏ ਦੇ ਵਿੱਚ ਇਹੋ ਗੱਲ ਅਸੀਂ ਪਾਉਂਦੇ ਹਾਂ ਜੋ ਉਸ ਨੇ ਆਪਣੇ ਵਚਨ ਦੇ ਵਿੱਚੋਂ ਇੱਥੇ ਦੱਸਿਆ ਹੈ। ਲਿਖਿਆ ਹੈ, ਤਦ ਉਹ ਉਹਨਾਂ ਦੇ ਨਾਲ ਗਿਆ ਅਤੇ ਨਾਸਰਤ ਨੂੰ ਆਇਆ ਅਤੇ ਉਹਨਾਂ ਦੇ ਵਸ਼ ਵਿੱਚ ਰਿਹਾ ਅਤੇ ਉਸ ਦੀ ਮਾਤਾ ਨੇ ਸਭ ਗੱਲਾਂ ਆਪਣੇ ਮਨ ਵਿੱਚ ਰੱਖੀਆਂ। ਯਿਸੂ ਬੁੱਧ ਡੀਲ ਡੋਲ ਵਿੱਚ ਪਰਮੇਸ਼ਰ ਅਤੇ ਮਨੁੱਖਾਂ ਦੀ ਕਿਰਪਾ ਵਿੱਚ ਵੱਧਦਾ ਗਿਆ। ਲਿਖਿਆ ਹੈ, ਉਹ ਉਹਨਾਂ ਦੇ ਵਸ ਵਿੱਚ ਰਿਹਾ, ਕਿਹਨਾਂ ਦੇ? ਮਾਤਾ ਪਿਤਾ ਦੇ ਵਸ ਵਿੱਚ। ਔਰ ਉਸ ਦੇ ਬਾਰੇ ਵੀ ਅਸੀਂ ਇਹ ਸਿੱਖਦੇ ਹਾਂ। ਹਰ ਇੱਕ ਇਸਰਾਏਲੀ ਜੋ ਪਰਮੇਸ਼ਰ ਦਾ ਚੁਣਿਆ ਹੋਇਆ ਸੀ, ਉਹਨਾਂ ਨੂੰ ਇਹ ਕਮਾਂਡ ਸੀ ਕਿ ਆਪਣੇ ਘਰ ਤੋਂ ਹੀ ਆਪਣੇ ਬੱਚਿਆਂ ਨੂੰ ਪਰਮੇਸ਼ਰ ਦੇ ਭੈ ਦੇ ਬਾਰੇ, ਪਰਮੇਸ਼ਰ ਦੀ ਸਿੱਖਿਆ ਦੇਣ ਦੇ ਬਾਰੇ ਅਤੇ ਪਰਮੇਸ਼ਰ ਦੇ ਉਸ ਭੈ ਦੇ ਵਿੱਚ ਚੱਲਣ ਦੇ ਬਾਰੇ ਅਤੇ ਪਰਮੇਸ਼ਰ ਦੇ ਭੈ ਦੇ ਵਿੱਚ ਸਥਿਰ ਰਹਿਣ ਦੇ ਬਾਰੇ ਉਹਨਾਂ ਨੂੰ ਸਿਖਾਉਣਾ। ਅਤੇ ਉਹ ਸਿੱਖਦੇ ਸੀ ਅਤੇ ਉਸ ਦੇ ਵਿੱਚ ਕਾਇਮ ਰਹਿੰਦੇ ਸੀ। ਔਰ ਉਹਨਾਂ ਦੀ ਗਵਾਹੀ ਅਸੀਂ ਸਮਾਜ ਵਿੱਚ ਵੇਖਦੇ ਹਾਂ। ਉਹ ਇੱਕ
ਮਿਸਰੀ ਪੋਤੀਪਰ ਦੇ ਘਰ ਦੇ ਵਿੱਚ ਜਿਸ ਦੇ ਹੱਥੋਂ ਵੇਚਿਆ ਗਿਆ ਸੀ, ਉਹਨਾਂ ਦੇ ਘਰ ਦੇ ਵਿੱਚ ਸੀ। ਮੈਂ ਉਸ ਸਟੋਰੀ ਦੇ ਵਿੱਚ ਨਹੀਂ ਜਾਵਾਂਗਾ, ਪਰ ਮੈਂ ਆਪ ਨੂੰ ਇਹ ਦੱਸ ਰਿਹਾ ਹਾਂ ਕਿ ਇਹ 12 ਭਰਾ ਸੀ, ਜਿਨ੍ਹਾਂ ਵਿੱਚੋਂ ਇੱਕ ਨੇ ਉਹਨਾਂ ਦੇ ਵਿੱਚ ਕੁਝ ਅਜਿਹੀਆਂ ਗੱਲਾਂ ਕੀਤੀਆਂ ਜੋ ਪਰਮੇਸ਼ਵਰ ਦੇ ਦਰਸ਼ਨ ਦੇ ਰੂਪ ਦੇ ਵਿੱਚ ਸੀ, ਅਤੇ ਉਸ ਦਰਸ਼ਨ ਦੇ ਵਿੱਚ ਉਹਨਾਂ ਨੇ ਉਸ ਦੇ ਨਾਲ ਖੁਣਸ ਕੀਤੀ ਅਤੇ ਉਸ ਨੂੰ ਮਾਰਨ ਦਾ ਯਤਨ ਕੀਤਾ। ਜਦੋਂ ਮਾਰਿਆ ਨਹੀਂ ਤਾਂ ਉਸ ਨੂੰ ਮਿਸਰੀਆਂ ਦੇ ਝੁੰਡ ਦੇ ਹੱਥ ਵੇਚ ਦਿੱਤਾ ਅਤੇ ਉੱਥੇ ਉਹ ਪੋਤੀਪਰ ਦੇ ਘਰ ਦੇ ਵਿੱਚ ਆਇਆ, ਜਿੱਥੇ ਉਹ ਇੱਕ ਗੁਲਾਮ ਬਣ ਕੇ ਜੀਵਨ ਬਤੀਤ ਕਰ ਰਿਹਾ ਸੀ। ਅਤੇ ਪੋਤੀਪਰ ਨੇ ਵੇਖਿਆ ਕਿ ਪਰਮੇਸ਼ਵਰ ਇਸ ਦੇ ਨਾਲ ਹੈ ਅਤੇ ਜੋ ਕੁਝ ਵੀ ਇਹ ਕਰਦਾ ਹੈ, ਜੋ ਕੁਝ ਵੀ ਮੈਂ ਇਹਦੇ ਹੱਥ ਵਿੱਚ ਦਿੰਦਾ, ਉਹ ਸਫਲ ਹੋ ਜਾਂਦਾ ਹੈ। ਬੜੀ ਵੱਡੀ ਗੱਲ ਹੈ। ਸੰਸਾਰ ਦੇ ਲੋਕਾਂ ਦੇ ਵਿੱਚ ਮੇਰੀ ਅਤੇ ਆਪ ਦੀ ਗਵਾਹੀ ਇਸ ਤਰ੍ਹਾਂ ਬਣਨਾ, ਔਰ ਇਸ ਤਰ੍ਹਾਂ ਬਣਨ ਦੇ ਨਾਲ ਸਾਡੇ ਪਰਮੇਸ਼ਰ ਦੀ ਮਹਿਮਾ ਹੋਣੀ ਔਰ ਸਾਡੇ ਪਰਮੇਸ਼ਰ ਦਾ ਨਾਮ ਉੱਚਾ ਹੋਣਾ ਅਤੇ ਉਸ ਦੇ ਰਾਹੀਂ ਆਪ ਨੂੰ ਮਹਿਮਾ ਮਿਲਣੀ। ਕਿੰਨੀ ਅਦਭੁਤ ਗੱਲ ਹੈ। ਅਸੀਂ ਇਹ ਗੱਲ ਯੂਸਫ ਦੇ ਜੀਵਨ ਵਿੱਚ ਦੇਖ ਰਹੇ ਹਾਂ। ਪਹਿਲੀ ਗੱਲ ਅਸੀਂ ਦੇਖਦੇ ਹਾਂ, ਪੇਰੈਂਟਸ ਦੀ ਜ਼ਿੰਮੇਵਾਰੀ ਇੱਥੇ ਨਜ਼ਰ ਆ ਰਹੀ ਹੈ ਯੂਸਫ ਦੀ ਗਵਾਹੀ ਦੇ ਵਿੱਚ। ਔਰ ਉਸ ਗਵਾਹੀ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਉਹ ਪਰਮੇਸ਼ਰ ਦਾ ਭੈ ਮੰਨਦਾ ਸੀ, ਉਹ ਪਰਮੇਸ਼ਰ ਦੇ ਭੈ ਦੇ ਅਧੀਨ ਰਹਿੰਦਾ ਸੀ। ਔਰ ਜੇ ਉਹ ਪਰਮੇਸ਼ਰ ਦੇ ਭੈ ਦੇ ਅਧੀਨ ਰਹਿੰਦਾ ਸੀ ਤਾਂ ਪਰਮੇਸ਼ਰ ਦੀ ਕਿਰਪਾ ਉਸ ਉੱਤੇ ਸੀ। ਪਰਮੇਸ਼ਰ ਦਾ ਭੈ ਮੈਂ ਪਿਛਲੇ ਦਿਨਾਂ ਦੇ ਵਿੱਚ ਵੀ ਸਿਖਾ ਚੁੱਕਾ ਹਾਂ, ਸਾਨੂੰ ਬੁਰਾਈ ਤੋਂ ਦੂਰ ਰਹਿਣ ਨੂੰ ਸਿਖਾਉਂਦਾ ਹੈ। ਪਰਮੇਸ਼ਰ ਦਾ ਭੈ ਸਾਨੂੰ ਪਰਮੇਸ਼ਰ ਦੇ ਸੱਚ ਮਾਰਗਾਂ ਦੇ ਉੱਤੇ ਚੱਲਣ ਦੇ ਲਈ ਮਦਦ ਕਰਦਾ ਹੈ। ਪਰਮੇਸ਼ਰ ਦਾ ਭੈ ਮੈਨੂੰ ਪਰਮੇਸ਼ਰ ਦੀ ਭਗਤੀ ਕਰਨ ਦੇ ਲਈ ਉਸ ਦੇ ਸਨਮੁਖ ਆਉਣਾ ਸਿਖਾਉਂਦਾ ਹੈ। ਕੀ ਅਸੀਂ ਸੰਸਾਰ ਦਾ ਭੈ ਮੰਨਦੇ ਹਾਂ ਜਾਂ ਪਰਮੇਸ਼ਰ ਦਾ ਭੈ? ਇੱਥੇ ਯੂਸਫ ਨੇ ਸੰਸਾਰ ਦਾ ਭੈ ਨਹੀਂ ਮੰਨਿਆ, ਪਰਮੇਸ਼ਰ ਦਾ ਭੈ ਜਿਹੜਾ ਉਸ ਨੂੰ ਅਤ ਉਚਾਈਆਂ ਵਿੱਚ ਲੈ ਕੇ ਆ ਗਿਆ ਅਤੇ ਇੱਕ ਅਜਿਹੇ ਗਵਾਹ ਦੇ ਰੂਪ ਵਿੱਚ ਪ੍ਰਗਟ ਕੀਤਾ ਗਿਆ ਜੋ ਉੱਚੇ ਤੇ ਸੀ। ਇੱਥੇ ਗੁਲਾਮ ਬਣ ਕੇ ਰਿਹਾ, ਗੁਲਾਮ ਬਣ ਕੇ ਉਸਨੇ ਪਰਮੇਸ਼ਰ ਭੈ ਦੇ ਵਿੱਚ 4 ਗੱਲਾਂ ਆਪਣੇ ਜੀਵਨ ਵਿੱਚ ਰੱਖੀਆਂ। 4 ਗੱਲਾਂ। ਪੰਜਵੀਂ ਗੱਲ, ਇਹ ਭੈ ਤਾਂ ਜ਼ਰੂਰ ਸੀ। ਇਸ ਭੈ ਦੇ ਵਿੱਚ ਉਹ ਆਪਣੇ ਮਾਲਕ ਦੇ ਪ੍ਰਤੀ ਇਮਾਨਦਾਰ ਸੀ, ਸੱਚਾਈ ਦੇ ਨਾਲ ਹਮੇਸ਼ਾ ਕੰਮ ਕਰਦਾ ਸੀ, ਪਰਮੇਸ਼ਰ ਦੀ ਭਗਤੀ ਕਰਦਾ ਸੀ, ਆਗਿਆਕਾਰੀ ਸੀ। 4 ਗੱਲਾਂ ਉਸਦੇ ਜੀਵਨ ਦੇ ਵਿੱਚ ਸੀ। ਇਮਾਨਦਾਰੀ ਉਸਦੇ ਜੀਵਨ ਦੇ ਵਿੱਚ ਸੀ, ਸੱਚਾਈ ਦੇ ਨਾਲ ਚੱਲਣਾ ਉਸਦੇ ਜੀਵਨ ਦੇ ਵਿੱਚ ਸੀ, ਔਰ ਇਸ ਸੱਚਾਈ ਤੋਂ ਪਰਮੇਸ਼ਰ ਦੀ ਭਗਤੀ ਉਹ ਕਰਦਾ ਸੀ ਅਤੇ ਉਸ ਵਿੱਚ ਆਗਿਆਕਾਰੀ ਸੀ। 4 ਗੱਲਾਂ ਅਸੀਂ ਉਸ ਦੇ ਜੀਵਨ ਦੇ ਵਿੱਚ ਉਸ ਦੀ ਉન્નਤੀ ਦਾ ਕਾਰਨ ਦੇਖਦੇ ਹਾਂ, ਉન્નਤੀ ਦਾ ਕਾਰਨ। ਔਰ ਜਿਹੜਾ ਇਸ ਤਰ੍ਹਾਂ ਆਪਣੇ ਜੀਵਨ ਦੇ ਵਿੱਚ ਭਾਵੇਂ ਕਿਤੇ ਵੀ ਹੈ, ਦੇਸ਼ ਹੈ ਵਿਦੇਸ਼ ਹੈ, ਆਪਣੇ ਜੀਵਨ ਨੂੰ ਇਸ ਤਰ੍ਹਾਂ ਬਣਾ ਕੇ ਰੱਖਦਾ ਹੈ, ਪਰਮੇਸ਼ਰ ਉਸ ਨੂੰ ਸਕਸੈਸ ਭਾਵ ਸਫਲ ਕਰ ਦਿੰਦਾ ਹੈ। ਜਿੱਥੇ ਲਿਖਿਆ ਹੈ ਕਿ ਉਹ ਭਾਗਵਾਨ, ਬਾਈਬਲ ਦੇ ਵਿੱਚ ਲਿਖਿਆ ਉਹ ਇੱਕ ਸਫਲ ਮਨੁੱਖ ਬਣ ਗਿਆ। ਭਾਗਵਾਨ ਮਨੁੱਖ ਹੋ ਗਿਆ, ਮਤਲਬ ਇੱਕ ਸਫਲ ਮਨੁੱਖ ਬਣ ਗਿਆ। ਬਾਈਬਲ ਦੇ ਵਿੱਚ ਇਹ ਗੱਲ ਜਿਹੜੀ ਹੈ, ਜਦੋਂ ਮੈਂ ਇਸ ਨੂੰ ਪੜ੍ਹਦਾ ਹਾਂ ਤਾਂ ਇਸ ਦੇ ਵਿੱਚ ਲਿਖਿਆ ਹੈ he became a successful man, ਸਫਲਤਾ ਪੂਰਵਕ ਮਨੁੱਖ ਬਣ ਗਿਆ। 4 ਗੱਲਾਂ ਉਸ ਦੇ ਵਿੱਚ ਸੀ। ਪੰਜਵਾਂ, ਪਰਮੇਸ਼ਰ ਦਾ ਭੈ ਹਮੇਸ਼ਾ ਆਪਣੇ ਜੀਵਨ ਵਿੱਚ ਰੱਖਦਾ ਸੀ।
ਔਰ ਇਹ 5 ਗੱਲਾਂ ਇਸ ਭੈ ਦੇ ਨਾਲ ਜੁੜੀਆਂ ਹੋਈਆਂ ਹੈ ਮੇਰੇ ਪਿਆਰੇ ਅਜ਼ੀਜ਼। ਔਰ ਇਸ ਦੇ ਵਿੱਚ ਦੂਸਰੀ ਗੱਲ ਹੈ ਜਿਹੜੀ ਅਸੀਂ ਦੇਖਦੇ ਹਾਂ ਪੇਰੈਂਟਸ ਦੇ ਨਾਲ, ਦੂਸਰੀ ਗੱਲ ਅਸੀਂ ਦੇਖਦੇ ਹਾਂ ਕਿ ਸਮਾਜ ਦੇ ਵਿੱਚ ਆਪਣੀ ਗਵਾਹੀ ਨੂੰ ਬਣਾ ਕੇ ਰੱਖਣਾ, ਆਪਣੇ ਪਰਮੇਸ਼ਵਰ ਦੀ ਗਵਾਹੀ ਨੂੰ ਬਣਾ ਕੇ ਰੱਖਣਾ। ਲਿਖਿਆ ਹੈ 3 ਆਇਤ ਦੇ ਵਿੱਚ, ਯੂਸਫ ਦੇ ਸਵਾਮੀ ਪੋਤੀਪਰ ਨੇ ਵੇਖਿਆ। ਤੁਹਾਨੂੰ ਵੀ ਤੁਹਾਡੇ ਆਲੇ ਦੁਆਲੇ ਦਾ ਸਮਾਜ ਦੇਖਦਾ ਹੋਵੇਗਾ, ਤੁਹਾਨੂੰ ਵੀ ਤੁਹਾਡੇ ਆਲੇ ਦੁਆਲੇ ਦੇ ਜਿੱਥੇ ਤੁਸੀਂ ਕੰਮ ਕਰ ਰਹੇ ਹੋਗੇ ਤੁਹਾਨੂੰ ਦੇਖਦੇ ਹੋਣ, ਉਹ ਤੁਹਾਡੇ ਬਾਰੇ ਕਿਸ ਤਰ੍ਹਾਂ ਦੀ ਗੱਲ ਕਰਦੇ ਆ, ਇਹ ਤੁਸੀਂ ਆਪ ਆਪਣੇ ਵਿੱਚ ਮਾਇਨੇ ਰੱਖਣਾ। ਯੂਸਫ ਨੇ ਆਪਣੇ ਜੀਵਨ ਦੇ ਵਿੱਚ ਇਹ 5 ਗੱਲਾਂ ਕੀਤੀਆਂ, ਭਾਵੇਂ ਉਹਦੇ ਜੀਵਨ ਵਿੱਚ ਹਾਨੀ ਆਈ ਹੈ, ਪਰ ਇਸ ਹਾਨੀ ਦੇ ਵਿੱਚ ਉਸ ਦੇ ਜੀਵਨ ਦੇ ਵਿੱਚ ਪਰਮੇਸ਼ਰ ਨੇ ਸਫਲਤਾ ਦੀ ਪਦੋन्नति ਮਤਲਬ ਕਿ ਉન્નਤੀ ਰੱਖੀ ਹੋਈ ਸੀ। ਇੱਕ ਬਹੁਤ ਵੱਡਾ ਰਿਵਾਰਡ ਇਸ ਸੰਸਾਰ ਦੇ ਵਿੱਚ ਪਰਮੇਸ਼ਰ ਨੇ ਉਸ ਦੇ ਲਈ ਰੱਖਿਆ ਹੋਇਆ ਸੀ। ਔਰ ਅਸੀਂ ਦੇਖਦੇ ਹਾਂ ਉਸ ਦੇ ਮਾਲਕ ਨੇ ਜਦੋਂ ਵੇਖਿਆ ਕਿ ਪਰਮੇਸ਼ਰ ਉਸ ਦੇ ਸੰਗ ਰਹਿੰਦਾ ਹੈ। ਮੇਰੇ ਪਿਆਰੇ ਅਜ਼ੀਜ਼, ਇਹ ਤੁਹਾਡੇ ਅਤੇ ਮੇਰੇ ਜੀਵਨ ਦੇ ਵਿੱਚ ਇੰਪੋਰਟੈਂਟ ਗੱਲ ਹੈ। ਜੇ ਅਸੀਂ ਪ੍ਰਭੂ ਯਿਸੂ ਮਸੀਹ ਦੇ ਉੱਤੇ ਵਿਸ਼ਵਾਸ ਕਰਦੇ ਹਾਂ ਤਾਂ ਪ੍ਰਭੂ ਯਿਸੂ ਮਸੀਹ ਮਤੀ ਦੀ ਅੰਜੀਲ 28:20 ਦੇ ਵਿੱਚ ਆਖਦਾ ਹੈ ਕਿ ਯੁੱਗ ਦੇ ਅੰਤ ਤੱਕ ਸਦਾ ਮੈਂ ਤੁਹਾਡੇ ਨਾਲ ਹਾਂ। ਇੱਥੇ ਇਸ ਮਾਲਕ ਨੇ ਦੇਖਿਆ ਹੈ ਕਿ ਯਹੋਵਾ ਉਸ ਦੇ ਸੰਗ ਸੰਗ ਹੈ। ਕਿਉਂ ਸੰਗ ਸੰਗ ਹੈ? ਕਿਉਂਕਿ ਉਹ ਹਰ ਇੱਕ ਕੰਮ ਪਰਮੇਸ਼ਰ ਦੇ ਭੈ ਦੇ ਵਿੱਚ ਕਰ ਰਿਹਾ ਹੈ। ਇਮਾਨਦਾਰੀ ਉਸ ਦੇ ਵਿੱਚ ਹੈ, ਭਗਤੀ ਉਸ ਦੇ ਜੀਵਨ ਦੇ ਵਿੱਚ ਹੈ, ਸੱਤ ਦੇ ਉੱਤੇ ਚੱਲਣਾ ਉਸ ਦੇ ਜੀਵਨ 'ਚ, ਆਗਿਆਕਾਰੀਤਾ ਉਸ ਦੇ ਜੀਵਨ। ਇਹ ਗੱਲਾਂ ਉਸ ਦੇ ਮਾਲਕ ਨੇ ਉਸ ਦੇ ਸੰਸਾਰ ਦੇ ਵਿੱਚ ਰਹਿੰਦੇ ਹੋਏ ਲੋਕਾਂ ਨੇ ਦੇਖਿਆ ਕਿ ਇਹ ਜੋ ਕੁਝ ਵੀ ਕਰ ਰਿਹਾ ਸਹੀ ਕਰ ਰਿਹਾ ਹੈ ਔਰ ਸੱਚਮੁੱਚ ਪਰਮੇਸ਼ਰ ਇਸ ਦੇ ਨਾਲ ਹੈ, ਜੋ ਕਹਿੰਦਾ ਉਹ ਹੋ ਜਾਂਦਾ ਹੈ। ਪਰ ਉਹ ਪਰਮੇਸ਼ਰ ਦੀ ਇੱਛਾ ਦੇ ਅਨੁਸਾਰ ਹੋਣਾ ਚਾਹੀਦਾ ਹੈ। ਜੇ ਪਰਮੇਸ਼ਰ ਦੀ ਇੱਛਾ ਦੇ ਅਨੁਸਾਰ ਹੈ ਤਾਂ ਸਕਸੈਸ ਹੋਵੇਗਾ। ਜੇ ਮੈਂ ਆਪਣੇ ਆਪ ਨੂੰ, ਆਪਣੇ ਜੀਵਨ ਨੂੰ ਸਵੈ ਉੱਚਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਤਾਂ ਕਦੇ ਵੀ ਮੈਂ ਉੱਚਾ ਨਹੀਂ ਹੋ ਸਕਦਾ। ਕਦੇ ਵੀ ਮੈਂ ਸੰਸਾਰ ਦੇ ਲੋਕਾਂ ਦੇ ਵਿੱਚ ਇਸ ਤਰ੍ਹਾਂ ਵਡਿਆਇਆ ਨਹੀਂ ਜਾ ਸਕਦਾ। ਲੋਕ ਕਹਿਣਗੇ ਘਮੰਡੀ ਹੋ ਗਿਆ, ਲੋਕ ਕਹਿਣਗੇ ਇਸ ਦੇ ਵਿੱਚ ਘਮੰਡ ਆ ਗਿਆ ਹੈ। ਪਰ ਯੂਸਫ ਬਿਲਕੁਲ ਨੋਰਮਲ ਰਿਹਾ, ਬਿਲਕੁਲ ਪਰਮੇਸ਼ਰ ਦੇ ਭੈ ਦੇ ਵਿੱਚ ਨੋਰਮਲ। ਉਹ ਮਿਸਰ ਦਾ ਪ੍ਰਧਾਨ ਮੰਤਰੀ ਬਣ ਗਿਆ। ਕਿੰਨੀ ਵੱਡੀ ਪਦੋन्नति ਸਾਰੇ ਸਮਾਜ ਦੇ ਵਿੱਚ ਇਸ ਤਰ੍ਹਾਂ ਰਹਿਣ ਦੇ ਨਾਲ ਉਹ ਮਿਸਰ ਦਾ ਪ੍ਰਧਾਨ ਮੰਤਰੀ ਬਣ ਗਿਆ। ਤੀਸਰੀ ਗੱਲ ਅਸੀਂ ਉਸ ਦੇ ਵਿੱਚ ਦੇਖਦੇ ਹਾਂ। ਇੱਕ ਮਿੰਟ, ਪਹਿਲੀ ਗੱਲ ਪੇਰੈਂਟਸ ਤੋਂ ਸਿਖਾਇਆ ਗਿਆ, ਦੂਸਰੀ ਗੱਲ ਸਮਾਜ ਦੇ ਵਿੱਚ ਪਰਖਿਆ ਗਿਆ ਕਿ ਬਹੁਤ ਅੱਛਾ ਇਨਸਾਨ ਹੈ, ਪਰਮੇਸ਼ਰ ਦੇ ਭੈ ਦੇ ਵਿੱਚ ਰਹਿੰਦਾ ਹੈ। ਤੀਸਰੀ ਗੱਲ ਅਸੀਂ ਦੇਖਦੇ ਹਾਂ, ਉਹ ਆਪਣੇ ਲੋਕਾਂ ਨੂੰ ਮਾਫ ਕਰਨ ਵਾਲਾ ਪੁਰਖ ਬਣ ਗਿਆ ਪਰਮੇਸ਼ਰ ਦੇ ਭੈ ਦੇ ਵਿੱਚ। ਉਸਨੇ ਸਭ ਸਿੱਖਿਆ ਔਰ ਇਹੋ ਚੀਜ਼ ਅਸੀਂ ਆਪਣੇ ਪਿਆਰੇ ਪ੍ਰਭੂ ਯਿਸੂ ਮਸੀਹ ਵਿੱਚ ਵੇਖਦੇ ਹਾਂ। ਉਸ ਨੂੰ ਉਸਦੇ ਲੋਕਾਂ ਨੇ ਸਤਾਇਆ, ਮਾਰਿਆ, ਕੁੱਟਿਆ ਅਤੇ ਸਲੀਬ ਉੱਤੇ ਚਾੜ ਦਿੱਤਾ। ਕਿਉਂ? ਕਿਉਂਕਿ ਉਹ ਪਾਪੀਆਂ ਨੂੰ ਬਚਾਉਣ ਦੇ ਲਈ ਇਸ ਦੁਨੀਆ ਦੇ ਵਿੱਚ ਆਇਆ। ਉਸਨੇ ਇਸ ਤਰ੍ਹਾਂ ਆਪਣਾ ਜੀਵਨ ਬਤੀਤ ਕੀਤਾ ਔਰ ਕਾਲਵਰੀ ਕਰੂਸ ਦੇ ਉੱਤੇ ਵੀ ਉਸਨੇ ਕਿਹਾ, ਇਹ ਪਿਤਾ ਇਹਨਾਂ ਨੂੰ ਮਾਫ ਕਰ, ਇਹ ਨਹੀਂ ਜਾਣਦੇ ਇਹ ਕੀ ਕਰਦੇ। ਯੂਸਫ ਨੇ ਵੀ ਜਦੋਂ ਅਕਾਲ ਪੈ ਗਿਆ ਸਾਰੇ ਦੇਸ਼ ਦੇ ਵਿੱਚ, ਉਸ ਦੇ ਭਰਾ ਮਿਸਰ ਦੇ ਵਿੱਚ ਆਏ, ਉਸਨੇ ਉਹਨਾਂ ਨੂੰ ਉੱਥੇ ਮਾਫ ਕਰਕੇ ਗਾੜ ਨਾਲ ਲਾਇਆ। ਉਸਨੇ ਕਿਹਾ, ਇਹ ਪਰਮੇਸ਼ਰ ਦੀ ਯੋਜਨਾ ਹੈ ਕਿ ਮੈਨੂੰ ਗੁਲਾਮੀ ਵਿੱਚ ਭੇਜਣਾ, ਗੁਲਾਮੀ ਦੇ ਵਿੱਚ ਰਹਿ ਕੇ ਇਮਾਨਦਾਰੀ ਦਾ ਜੀਵਨ ਬਤੀਤ ਕਰਦਿਆਂ ਹੋਇਆਂ ਪਰਮੇਸ਼ਰ ਤੋਂ ਸਰਵੋਤਮ
ਉੱਚਾ ਸਥਾਨ ਪ੍ਰਾਪਤ ਕਰਨਾ ਅਤੇ ਆਪਣੇ ਲੋਕਾਂ ਦੇ ਲਈ ਜਿੱਥੇ ਖਾਣ ਨੂੰ ਨਹੀਂ ਉੱਥੇ ਉਹਨਾਂ ਦੇ ਲਈ ਖਾਣ ਦਾ ਪ੍ਰਬੰਧ ਪੈਦਾ ਕਰਨਾ। ਇਹ ਪਰਮੇਸ਼ਰ ਦੀ ਯੋਜਨਾ, ਔਰ ਇਹ ਪਰਮੇਸ਼ਰ ਦੀ ਯੋਜਨਾ ਸੀ ਕਿ ਸਰਬੱਤ ਮਨੁੱਖ ਜਾਤੀ ਨੂੰ ਬਚਾਉਣ ਦੇ ਲਈ ਆਪਣੇ ਪਿਆਰੇ ਪੁੱਤਰ ਨੂੰ ਸਵਰਗ ਤੋਂ ਇਸ ਧਰਤੀ ਤੇ ਘੱਲਣਾ, ਇਸ ਧਰਤੀ ਦੇ ਉੱਤੇ ਪਾਪੀ ਮਨੁੱਖ ਦੇ ਹਰ ਇੱਕ ਪਾਪ ਦਾ ਕਰਜ਼ ਕਲਵਰੀ ਕਰੂਸ ਦੇ ਉੱਤੇ ਚੁਕਾਉਣਾ ਅਤੇ ਉਹਨਾਂ ਦੇ ਲਈ ਪਰਮੇਸ਼ਰ ਪਿਤਾ ਤੋਂ ਮਾਫੀ ਮੰਗਣੀ ਕਿ ਉਹ ਬਚ ਜਾ। ਮੇਰੇ ਪਿਆਰੇ ਅਸੀਸ, ਅੱਜ ਜਦੋਂ ਅਸੀਂ ਯਿਸੂ ਮਸੀਹ ਦੇ ਵਿੱਚ ਮਾਫੀ ਮੰਗਦੇ ਹਾਂ ਤਾਂ ਅਸੀਂ ਪਰਮੇਸ਼ਰ ਦੇ ਰਾਜ ਦੇ ਵਾਰਿਸ ਬਣਦੇ ਹਾਂ। ਜਿਸ ਤਰ੍ਹਾਂ ਯੂਸਫ ਨੇ ਮਾਫ ਕੀਤਾ ਅਤੇ ਉਸਦੇ ਭਰਾ ਅਤੇ ਉਸਦੇ ਸਾਰੇ ਕੁਲ ਦੇ ਲੋਕ ਉਸ ਰਾਜ ਦੇ ਉਸਦੇ ਨਾਲ ਅਧਿਕਾਰੀ ਹੋ ਗਏ। ਪਰਮੇਸ਼ਰ ਵੀ ਮੈਨੂੰ ਪ੍ਰਭੂ ਯਿਸੂ ਮਸੀਹ ਦੇ ਵਿੱਚ ਆਪਣੇ ਭੈ ਦੇ ਵਿੱਚ ਕੀਤੇ ਹੋਏ ਕਾਰਜ ਦੇ ਨਾਲ ਮੈਨੂੰ ਆਪਣੀ ਸੰਤਾਨ, ਆਪਣੇ ਵਾਰਿਸ ਬਣਾਉਣਾ ਚਾਹੁੰਦਾ ਹੈ। ਇਹ ਉਸ ਦੀ ਯੋਜਨਾ ਹੈ ਕਿ ਅਸੀਂ ਸੰਸਾਰ ਦੇ ਵਿੱਚ ਉਸ ਦੇ ਗਵਾਹ ਬਣ ਕੇ ਉਹਨਾਂ ਭਾਈ ਭੈਣਾਂ ਨੂੰ ਜਿਹੜੇ ਪਾਪ ਦੇ ਵਿੱਚ ਮਰ ਰਹੇ ਆ, ਜਿਹੜੇ ਪਾਪ ਦੇ ਵਿੱਚ ਦੱਬੇ ਹੋਏ ਆ, ਉਹ ਸਾਡੇ ਜੀਵਨ ਦੀ ਗਵਾਹੀ ਨੂੰ ਵੇਖ ਕੇ ਬਚ ਜਾਣ। ਜਿਸ ਤਰ੍ਹਾਂ ਯੂਸਫ ਦੇ ਜੀਵਨ ਨੂੰ ਵੇਖ ਕੇ ਬਹੁਤ ਸਾਰੇ ਮਿਸਰੀ ਜਾਣ ਸਕੇ ਕਿ ਜਿਉਂਦਾ ਪਰਮੇਸ਼ਰ, ਯੂਸਫ ਦਾ ਜਿੰਦਾ ਪਰਮੇਸ਼ਰ ਹੀ ਪਰਮੇਸ਼ਰ ਹੈ ਜਿਹੜਾ ਸਾਨੂੰ ਬਚਾ ਸਕਦਾ ਹੈ, ਔਰ ਯਿਸੂ ਮਸੀਹ ਹੀ ਜਿੰਦਾ ਪਰਮੇਸ਼ਰ ਹੈ ਜਿਸ ਦੇ ਰਾਹੀਂ ਅਸੀਂ ਬਚਾਏ ਜਾਣਾ ਹੈ। ਇਹੋ ਗੱਲ ਤਾਂ ਰਸੂਲਾਂ ਦੇ ਕਰਤੱਵ 4:12 ਦੇ ਵਿੱਚ ਪਤਰਸ ਨੇ ਆਖੀ ਹੈ, ਆਕਾਸ਼ ਦੇ ਹੇਠਾਂ ਮਨੁੱਖਾਂ ਦੇ ਵਿਚਕਾਰ ਕੋਈ ਦੂਸਰਾ ਨਾਮ ਨਹੀਂ ਦਿੱਤਾ ਗਿਆ ਜਿਸ ਤੋਂ ਅਸੀਂ ਬਚਾਏ ਜਾਣਾ, ਅਰਥਾਤ ਪ੍ਰਭੂ ਯਿਸੂ ਮਸੀਹ। ਪੌਲਸ ਦੇ ਰਾਹੀਂ ਇਹ ਆਖਿਆ ਗਿਆ ਫਿਲਿੱਪੀਆਂ ਦੀ ਪੁਸਤਕ ਉਸਦਾ 2 ਅਧਿਆਏ ਦੇ ਵਿੱਚ ਕਿ ਹਰ ਇੱਕ ਜਵਾਨ ਇਹ ਮੰਨ ਲਵੇਗੀ ਕਿ ਯਿਸੂ ਹੀ ਪ੍ਰਭੂ ਹੈ। ਉਹ ਕਿਵੇਂ? ਸਾਡੇ ਜੀਵਨ ਦੀ ਗਵਾਹੀ ਦੇ। ਜੇ ਅਸੀਂ ਆਪਣੇ ਜੀਵਨ ਦੀ ਗਵਾਹੀ ਇਮਾਨਦਾਰੀ ਦੇ ਨਾਲ, ਸੱਚਾਈ ਦੇ ਨਾਲ, ਭਗਤੀ ਦੇ ਨਾਲ ਅਤੇ ਆਗਿਆਕਾਰੀਤਾ ਦੇ ਨਾਲ ਇਸ ਸੰਸਾਰ ਦੇ ਵਿੱਚ ਬਤੀਤ ਕਰਾਂਗੇ, ਜਿਸ ਤਰ੍ਹਾਂ ਯੂਸਫ ਨੇ ਬਤੀਤ ਕੀਤਾ, ਜਿਸ ਤਰ੍ਹਾਂ ਪਰਮ ਧੰਨ ਗੁਰੂ ਪ੍ਰਭੂ ਯਿਸੂ ਮਸੀਹ ਨੇ ਇਸ ਧਰਤੀ ਦੇ ਉੱਤੇ ਆਪਣਾ ਜੀਵਨ ਬਤੀਤ ਕੀਤਾ, ਅਸੀਂ ਵੀ ਬਤੀਤ ਕਰਾਂਗੇ ਤਾਂ ਅਸੀਂ ਸੱਚਮੁੱਚ ਦੁਨੀਆ ਦੇ ਵਿੱਚ ਉਹਦੇ ਗਵਾਹ ਬਣ ਕੇ ਬਹੁਤੇ ਲੋਕਾਂ ਨੂੰ, ਬਹੁਤੇ ਭਾਈ ਭੈਣਾਂ ਨੂੰ ਜੋ ਪਾਪ ਦੇ ਵਿੱਚ ਡੁੱਬ ਰਹੇ ਆ, ਮਰ ਰਹੇ ਆ, ਅਸੀਂ ਉਹਨਾਂ ਨੂੰ ਬਚਾਉਣ ਵਾਲੇ ਬਣ ਸਕਦੇ। ਅਸੀਂ ਨਹੀਂ ਬਚਾ ਸਕਦੇ, ਬਚਾਉਣ ਵਾਲਾ ਪਰਮੇਸ਼ਰ ਹੈ, ਪਰ ਅਸੀਂ ਉਸ ਦੇ ਗਵਾਹ ਹੋ ਸਕਦੇ, ਉਸ ਦੇ ਬਚਾਉਣ ਦੇ ਵਿੱਚ। ਮੇਰੇ ਪਿਆਰੇ ਅਸੀਸ, ਜੇ ਕਿਸੇ ਨੇ ਹਜੇ ਤੱਕ ਪ੍ਰਭੂ ਯਿਸੂ ਮਸੀਹ ਨੂੰ ਨਹੀਂ ਜਾਣਿਆ, ਨਾ ਉਸ ਦੇ ਬਾਰੇ ਹਜੇ ਤੱਕ ਕੋਈ ਗੱਲ ਉਹਨਾਂ ਦੇ ਜੀਵਨ ਦੇ ਵਿੱਚ ਨਹੀਂ ਪਤਾ ਹੈ, ਤਾਂ ਮੈਂ ਇਸ ਵਚਨ ਦੇ ਮਾਧਿਅਮ ਆਪ ਨੂੰ ਦੱਸਣਾ ਚਾਹੁੰਦਾ, ਪ੍ਰਭੂ ਯਿਸੂ ਮਸੀਹ ਹੀ ਮਾਤਰ ਇੱਕ ਮੁਕਤੀ ਦਾ ਰਾਹ ਹੈ ਜਿਹੜਾ ਸਾਨੂੰ ਪਾਪਾਂ ਤੋਂ ਬਚਾ ਸਕਦਾ ਹੈ। ਅੱਜ ਜੇ ਤੁਸੀਂ ਉਸ ਨੂੰ ਸਵੀਕਾਰ ਕਰੋਗੇ ਤਾਂ ਤੁਸੀਂ ਪਰਮੇਸ਼ਰ ਦੀ ਸੰਤਾਨ ਬਣ ਕੇ ਉਸ ਦੇ ਰਾਜ ਦੇ ਵਾਰਿਸ ਬਣ ਸਕਦੇ। ਪ੍ਰਭੂ ਆਪ ਨੂੰ ਉਸ ਨੂੰ ਸਵੀਕਾਰ ਕਰਨ ਦੇ ਲਈ ਇਸ ਵਚਨ ਦੇ ਮਾਧਿਅਮ ਆਪ ਦੀ ਮਦਦ ਕਰੇ। ਜੈ ਮਸੀਹ ਦੀ। ਮਾਰਾਨਾਥਾ।